सिविल सप्लाई की कारगुजारी वास्ते ਤੁਹਾਨੂੰ थोड़ा ਜਿਹਾ मैं जाणू करवा ਦਿਆਂ क्योंकि ਜਦੋਂ 2017 ਦੇ ਵਿੱਚ ਸਰਕਾਰ ਬਣੀ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਵੀ 2017 ਦੇ ਵਿੱਚ ਕਿਸ ਤਰੀਕੇ ਜਦੋਂ ਸਰਕਾਰ ਬਣੀ ਇੱਕ ਦਿਨ ਪਹਿਲਾਂ ਹੀ 31,000 ਕਰੋੜ ਦਾ ਲੋਨ ਪੰਜਾਬ ਸਰਕਾਰ ਨੂੰ ਲੈਣਾ ਪਿਆ ਜਿਹੜੇ ਜਾਂਦੇ ਜਾਂਦੇ ਇਸ ਪੰਜਾਬ ਦੇ ਉੱਤੇ ਸਾਰੇ ਲੋਕਾਂ ਦੇ ਉੱਤੇ ਮੜ ਗਏ ਉਹ ਫੂਡ ਡਿਪਾਰਟਮੈਂਟ ਕਰਕੇ ਸੀ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਸੀਗਾ ਵੀ ਫੂਡ ਦੇ ਵਿੱਚ ਰਿਫਾਰਮਸ ਲਿਆਂਦੇ ਜਾਣ ਤਾਂ ਕਿ ਆ ਜਿਹੜੀ ਲੀਕੇਜਿਸ ਹੈ 31,000 ਕਰੋੜ ਦਾ 10 ਸਾਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਭਾਰ ਸੀਗਾ ਪੰਜਾਬ ਦੇ ਲੋਕਾਂ ਨੇ ਚੱਕਣਾ ਪਿਆ ਉਹ ਇਹੋ ਜਿਹਾ ਭਾਰ ਨਾ ਚੱਕਣਾ ਪਵੇ। ਉਹਦੇ ਲਈ ਸਾਡੀਆਂ ਪ੍ਰੋਕਿਉਰਮੈਂਟ ਆ ਤੁਸੀਂ ਪਿਛਲੀਆਂ 8 ਪ੍ਰੋਕਿਉਰਮੈਂਟ ਦੇਖੀਆਂ ਹੈਸਲ ਫ੍ਰੀ ਪ੍ਰੋਕਿਉਰਮੈਂਟ ਆ ਨਾ ਕਿਸੇ ਨੂੰ ਕੋਈ ਮੁਸ਼ਕਿਲ ਆਉਣ ਦਿੱਤੀ ਹੈ ਨਾ CCL ਲੇਟ ਹੋਣ ਦਿੱਤੀ। ਮੰਡੀਆਂ 'ਚ ਆਈ ਫਸਲ ਚੱਕੀ ਗਈ ਚਾਹੇ ਉਹਦੇ ਵਿੱਚ ਕਿਤੇ ਸ਼ਰਵਲਡ ਗ੍ਰੇਨ ਆਇਆ ਕਿਤੇ ਲਸਟਰ ਲਾਸ ਆਇਆ ਬਹੁਤ ਮੁਸ਼ਕਿਲਾਂ ਵੀ ਆਈਆਂ। 2 ਫਸਲਾਂ ਪਿਛਲੀਆਂ ਕੋਵਿਡ ਦੇ ਦੌਰਾਨ ਵੀ ਚੱਕੀਆਂ ਗਈਆਂ ਉਹ ਸਾਰੀਆਂ ਇਹੋ ਜਿਹੇ ਪ੍ਰਬੰਧ ਕੀਤੇ ਗਏ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਖਾਸ ਤੌਰ 'ਤੇ ਉਹਨਾਂ ਦੀ ਜਦੋਂ ਕਿਸਾਨ ਦੀ ਫਸਲ ਆਵੇ ਅਤੇ ਉਹਦੀ ਪੇਮੈਂਟ ਹੋਵੇ ਅਤੇ ਨਾਲ ਜਿੰਨੇ ਸਟੇਕ ਹੋਲਡਰਸ ਸੀਗੇ ਚਾਹੇ ਆੜ੍ਹਤੀਆ ਸੀਗੇ ਚਾਹੇ ਟਰਾਂਸਪੋਰਟਰ ਸੀਗੇ ਅਤੇ ਚਾਹੇ ਸਾਡੇ ਲੇਬਰ ਸੀਗੇ ਬੰਦੇ ਉਹਨਾਂ ਨੂੰ ਸਭ ਨੂੰ ਬਕਾਇਦਾ ਤੌਰ 'ਤੇ ਪੈਸੇ ਦਿੱਤੇ ਗਏ। ਡਿਸਟਰੀਬਿਊਸ਼ਨ ਦੇ ਉੱਤੇ ਕਾਫੀ ਰਿਫਾਰਮਸ ਲਿਆਂਦੇ ਗਏ। ਅੱਗੇ 2017 ਤੋਂ ਪਹਿਲਾਂ ਜਿਹੜਾ ਰਾਸ਼ਨ ਸੀਗਾ ਬਿਲਕੁਲ ਮੈਨੂਅਲੀ ਵੰਡਿਆ ਜਾਂਦਾ ਸੀਗਾ। ਆਉਂਦੇ ਸਾਰ ਉਹਦੇ 'ਚ ਰਿਫਾਰਮਸ ਲਿਆਂਦੇ ਈ-ਪੋਜ਼ ਮਸ਼ੀਨਾਂ ਇੰਟਰੋਡਿਊਸ ਕੀਤੀਆਂ। ਪਹਿਲਾਂ ਪਾਇਲਟ ਪ੍ਰੋਜੈਕਟ ਇੱਕ ਸ਼ਹਿਰ ਤੋਂ ਫਿਰ ਤੁਹਾਡੇ ਫਤਿਹਗੜ੍ਹ ਸਾਹਿਬ ਤੋਂ 4 ਡਿਸਟ੍ਰਿਕਾਂ ਤੋਂ ਅਤੇ ਫਿਰ ਅਲਟੀਮੇਟਲੀ 1 ਸਾਲ ਦੇ ਵਿੱਚ ਸਾਰੇ ਪੰਜਾਬ 'ਚ ਲਿਆਂਦਾ ਔਰ ਈ-ਪੋਜ਼ ਮਸ਼ੀਨਾਂ ਰਾਹੀਂ ਅਤੇ ਨਾਲ ਦੀ ਨਾਲ ਸਾਰੀ ਜਿਹੜੀ ਡਿਸਟਰੀਬਿਊਸ਼ਨ ਚੇਨ ਹੈ ਉਹ ਕੰਪਿਊਟਰਾਈਜ਼ ਕੀਤੀ ਗਈ। ਸਟੋਰੇਜ ਤੋਂ ਲੈ ਕੇ ਬੈਨੀਫਿਸ਼ਰੀ ਤੱਕ ਪਹੁੰਚਣ ਤਾਈਂ ਸਾਰੀ ਔਨਲਾਈਨ ਚੇਨ ਇਸਟੈਬਲਿਸ਼ ਕੀਤੀ। ਉਹਦੇ ਨਾਲ ਜਦੋਂ ਬੈਨੀਫਿਸ਼ਰੀ ਅੰਗੂਠਾ ਲਾ ਕੇ ਰਾਸ਼ਨ ਲੈਣ ਲੱਗਿਆ ਤਾਂ ਇੰਨੇ ਲੱਖਾਂ ਦੀ ਤਾਦਾਦ 'ਚ ਗੋਸਟ ਬੈਨੀਫਿਸ਼ਰੀ ਵੀ ਸਾਹਮਣੇ ਆਏ। ਉਹਨਾਂ ਨੂੰ ਐਲੀਮੀਨੇਟ ਕਰਕੇ ਜਿਹੜੇ ਸਹੀ ਬੈਨੀਫਿਸ਼ਰੀ ਸੀਗੇ ਉਹਨਾਂ ਤਾਈਂ ਕੋਸ਼ਿਸ਼ ਕੀਤੀ ਗਈ ਇਹਨੂੰ ਪਹੁੰਚਾਉਣ ਦੀ ਔਰ ਲੀਕੇਜ ਬਿਲਕੁਲ ਜ਼ੀਰੋ 'ਤੇ ਲੈ ਕੇ ਆਉਣ ਦੀ। ਟਰਾਂਸਪੋਰਟ ਰਿਫਾਰਮਸ ਲਿਆਂਦੇ ਗਏ ਉਹਦੇ ਵਿੱਚ 400 ਕਰੋੜ ਤੱਕ ਪੈਸਾ ਬਚਾਇਆ ਗਿਆ ਔਰ ਜਿਹੜਾ ਅੱਗੇ ਗੈਪ ਬਣਦਾ ਸੀਗਾ ਪਿਛਲੇ 4 ਸਾਲ 'ਚ ਉਹਨੂੰ ਰੋਕਣ 'ਚ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ। ਜਿਹੜੀ ਕ੍ਰੌਪ ਡੈਮੇਜ ਹੁੰਦੀ ਸੀ ਸਾਂਭ ਸੰਭਾਲ ਬਿਲਕੁਲ ਮਾੜੀ ਸੀਗੀ। ਪਿਛਲੇ 10 ਸਾਲਾਂ ਦੇ ਵਿੱਚ ਤਕਰੀਬਨ 14 ਲੱਖ ਮੀਟ੍ਰਿਕ ਟਨ ਦੇ ਕਰੀਬ ਸਾਡਾ ਅਨਾਜ ਖਰਾਬ ਹੋਇਆ। ਉਹਨੂੰ ਡੈਮੇਜ ਡਿਕਲੇਅਰ ਕਰਕੇ ਅਸੀਂ ਆਉਂਦਿਆਂ ਪਹਿਲਾਂ ਉਹਨੂੰ ਡਿਸਪੋਜ਼ ਆਫ ਕੀਤਾ ਅਤੇ ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਏਗੀ ਵੀ ਪਿਛਲੇ 4 ਸਾਲ ਦੇ ਵਿੱਚ ਅਸੀਂ ਇਸ ਖਰਾਬੇ ਨੂੰ ਰੋਕਣ 'ਚ ਬੜਾ ਕਾਮਯਾਬ ਹੋਏ ਹਾਂ। ਸਾਡੇ ਸਟਾਫ ਨੇ ਬੜੀ ਮਿਹਨਤ ਨਾਲ ਸਟੋਰੇਜ ਉਹਦੀ ਰੱਖੀ ਉਹ ਵੀ ਉਦੋਂ ਜਦੋਂ ਸਾਡੇ ਅਨਾਜ ਦੇ ਭੰਡਾਰ ਭਰੇ ਪਏ ਆ ਔਰ ਸਾਨੂੰ ਓਪਨ ਦੇ ਵਿੱਚ ਕਣਕ ਲਗਾਉਣੀ ਪੈ ਰਹੀ ਹੈ ਅਤੇ ਪਰ ਅਸੀਂ ਅੱਜ ਤਾਈਂ ਉਹਦਾ ਕੋਈ ਵੀ ਡੈਮੇਜ ਹੋਣ ਨਹੀਂ ਦਿੱਤਾ। ਇਹ ਵੀ ਫੂਡ ਡਿਪਾਰਟਮੈਂਟ ਨੇ ਬੜੇ ਕਾਬਲੇ ਤਾਰੀਫ ਕੰਮ ਕੀਤਾ ਆ ਹਰ ਲੈਵਲ ਦੇ ਉੱਤੇ। ਕੰਜ਼ਿਊਮਰ ਅਫੇਅਰਸ ਦੇ ਵਿੱਚ ਜਦੋਂ ਬਿਲਕੁਲ ਖਾਲੀ ਮਿਲੀਆਂ ਸੀਗੀਆਂ ਅਸੀਂ ਪਿਛਲੇ ਸਾਲ ਤੋਂ ਅਸਾਮੀਆਂ ਭਰਨੀਆਂ ਸ਼ੁਰੂ ਕੀਤੀਆਂ ਹੋਈਆਂ। ਨਵੇਂ ਪ੍ਰੈਜ਼ੀਡੈਂਟ ਲਗਾਏ ਗਏ ਔਰ ਇਸ ਸਾਲ ਵੀ ਹੁਣ ਐਡਵਰਟਾਈਜ਼ ਕੀਤਾ ਹੋਇਆ ਨਵੇਂ ਮੈਂਬਰਸ ਔਰ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਲਗਾਏ ਜਾਣਗੇ ਤਾਂ ਕਿ ਇਫੈਕਟਿਵਲੀ ਜਿਹੜੇ ਸਾਡੇ ਕੰਜ਼ਿਊਮਰਸ ਹੈ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਣੂ ਰਹਿਣ ਅਤੇ ਜੇ ਕੋਈ ਕਿਸੇ ਦੇ ਖਿਲਾਫ ਕੁਝ ਬਣਦਾ ਹੈ ਤਾਂ ਉਹਨੂੰ ਬਕਾਇਦਾ ਤੌਰ 'ਤੇ ਉੱਥੇ ਕੰਜ਼ਿਊਮਰ ਕੋਰਟ 'ਚ ਲਿਜਾ ਕੇ ਉਹਨੂੰ ਸਜ਼ਾ ਵੀ ਕਰਾਈ ਜਾ ਸਕੇ। ਸਾਡੀ ਲੀਗਲ ਮੈਟਰੋਲੋਜੀ ਡਿਪਾਰਟਮੈਂਟ ਹੈ ਉਹਦੇ ਵਿੱਚ ਵੀ ਬੜੇ ਰਿਮਾਰਕੇਬਲ ਸਾਡੀਆਂ ਅਚੀਵਮੈਂਟਸ ਨੇ। ਅਸੀਂ ਉਹਨੂੰ ਵੀ ਅੱਗੇ ਉਹਦਾ ਜਿਹੜਾ ਦਾਇਰਾ ਘੱਟ ਸੀਗਾ ਉਹ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਵੀ ਰੈਵਨਿਊ ਜਨਰੇਟ ਅਸੀਂ ਕਾਫੀ ਕੀਤਾ ਹੈ। ਅਤੇ ਹੁਣ ਜਿਸ ਮੌਕੇ ਦੇ ਉੱਤੇ ਅੱਜ ਕਿਸਾਨੀ ਅੰਦੋਲਨ ਚੱਲਦਾ ਪਿਆ ਜਿਵੇਂ ਤੁਸੀਂ ਹੁਣੇ CM ਸਾਹਿਬ ਦੀ ਪ੍ਰੈਸ ਕਾਨਫਰੰਸ 'ਚ ਸੁਣਿਆ ਇਸ ਡਿਪਾਰਟਮੈਂਟ ਦਾ ਕੰਮ ਵੱਧ ਗਿਆ। ਪਿਛਲੇ 2 ਸੀਜ਼ਨ ਅਸੀਂ ਕੋਵਿਡ ਦੇ ਦੌਰਾਨ ਬਹੁਤ ਸਕਸੈਸਫੁਲੀ ਪ੍ਰੋਕਿਉਰਮੈਂਟ ਕੀਤੀ ਹੈ ਔਰ ਹੁਣ ਵੀ ਜਿਸ ਤਰੀਕੇ ਸਰਜ ਸ਼ੁਰੂ ਹੋ ਗਈ ਹੈ ਕੋਵਿਡ ਦਾ ਪ੍ਰਕੋਪ ਦੁਬਾਰਾ ਵਧਣਾ ਸ਼ੁਰੂ ਹੋਇਆ ਔਰ ਪ੍ਰੋਕਿਉਰਮੈਂਟ ਅੱਜ ਤੋਂ 10-12-14 ਦਿਨ ਪਰੇ ਖੜੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਤੋਂ ਉਸੇ ਤਰੀਕੇ ਮੰਡੀਆਂ ਸਟੈਗਰਡ ਵੇ ਨਾਲ ਪ੍ਰੋਕਿਉਰਮੈਂਟ ਕੀਤੀ ਜਾਵੇ। ਸਾਰਿਆਂ ਨੂੰ ਪਾਸਿਸ ਦਿੱਤੇ ਜਾਣ ਮੰਡੀਆਂ ਦੇ ਵਿੱਚ ਪ੍ਰੋਪਰ ਇੰਤਜ਼ਾਮ ਹੋ ਜਾਣ। ਇਹ ਸਾਰਿਆਂ ਦੀ CM ਸਾਹਿਬ ਆਪ ਮੋਨੀਟਰ ਕਰਦੇ ਆ ਸਾਰੀਆਂ ਤਿਆਰੀਆਂ ਨੂੰ ਅਤੇ ਆਉਣ ਵਾਲੇ ਟਾਈਮ 'ਚ ਵੀ ਅਸ਼ੋਰ ਕਰਦੇ ਹਾਂ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਏਗੀ। ਔਰ ਖ਼ਾਸ ਤੌਰ 'ਤੇ ਜਿਹੜੀ CM ਸਾਹਿਬ ਦੀ ਅਚੀਵਮੈਂਟ ਰਹੀ ਫੂਡ ਡਿਪਾਰਟਮੈਂਟ 'ਚ
ਜਿਹੜਾ ਗੈਪ ਨਹੀਂ ਆਇਆ, ਕੋਈ ਇਹੋ ਜਿਹਾ 31,000 ਕਰੋੜ ਦਾ ਦੁਬਾਰਾ ਕੋਈ ਭਾੜਾ ਵਾਪਰਨ ਦੇ ਕੋਈ ਚਾਂਸਿਸ ਨਹੀਂ ਬਣੇ। ਅਸੀਂ ਉਹਨੂੰ ਕੰਟਰੋਲ ਕਰਨ 'ਚ ਬੜੇ ਕਾਮਯਾਬ ਰਹੇ ਹਾਂ। ਮੰਤਰੀ ਸਾਹਿਬ, ਜਿੱਦਾਂ ਕਿ ਕੋਵਿਡ ਦੇ ਦੌਰਾਨ ਕਿੱਟਾਂ ਦਿੱਤੀਆਂ ਗਈਆਂ ਨੇ ਆਮ ਪਬਲਿਕ ਵਾਸਤੇ, ਬਟ ਉਹ ਜ਼ਿਆਦਾਤਰ ਦੇਖਣ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਆਟਾ ਦਾਲ ਸਕੀਮ ਮਿਲਦੀ ਸੀ ਉਹਨਾਂ ਨੂੰ ਮਿਲਿਆ, ਜਿਹੜੀ ਕਿ ਮਿਡਲ ਕਲਾਸ ਫੈਮਿਲੀਜ਼ ਨੂੰ ਉਹਨਾਂ ਨੂੰ ਡਿਸਟ੍ਰੀਬਿਊਟ ਨਹੀਂ ਮਿਲ ਸਕੀ। ਕੀ ਇਸ ਨੂੰ ਮੋਨੀਟਰ ਕਰਨ ਵਾਸਤੇ ਵੀ ਕੋਈ ਪਾਲਿਸੀ ਲਿਆਂਦੀ ਜਾ ਰਹੀ ਹੈ? ਜਿਹੜੀ ਸੀਗੀ PMGKY, ਉਹ ਬਕਾਇਦਾ ਤੌਰ 'ਤੇ ਜਿਹੜੇ NFSA ਦੇ ਵਿੱਚ 1 ਕਰੋੜ 41 ਲੱਖ ਬੰਦੇ ਸੀਗੇ ਉਹਨਾਂ ਨੂੰ ਦੇਣ ਵਾਸਤੇ ਹੀ ਆਈ ਸੀਗੀ, ਔਰ ਬੜੇ ਉਹ ਸਕਸੈਸਫੁਲੀ ਦਿੱਤੀ ਗਈ, ਕਿਉਂਕਿ ਸਾਡੀ ਜਿਹੜੀ ਸਪਲਾਈ ਚੇਨ ਆ ਅਸੀਂ ਬੜੀ ਇਫੈਕਟਿਵਲੀ ਉਹ ਇਸਟੈਬਲਿਸ਼ ਕੀਤੀ ਹੋਈ ਆ। ਉਹਦੇ 'ਚ ਕੋਈ ਲੀਕੇਜ ਦੇ ਕੋਈ ਚਾਂਸਿਸ ਨਹੀਂ ਹੈ। ਜਿਹੜੀ ਆਤਮ ਨਿਰਭਰ ਭਾਰਤ ਦੀਆਂ ਆਈਆਂ ਸੀ ਉੱਪਰੋਂ ਕਿਟਸ, ਉਹਦੇ ਵਿੱਚ ਸਟੇਟ ਨੇ ਵੀ ਆਪਣੇ ਵੱਲੋਂ ਕੰਟਰੀਬਿਊਟ ਕੀਤਾ ਸੀਗਾ। ਦਾਲਾਂ ਵਿੱਚ ਪਾਈਆਂ ਸੀ, ਚੀਨੀ ਪਾਈ ਸੀ, CM ਸਾਹਿਬ ਨੇ ਕਿਹਾ। ਔਰ ਨਾਲ ਦੀ ਨਾਲ ਜਦੋਂ ਕੋਵਿਡ ਆਇਆ ਸੀਗਾ ਉਹਦੇ ਦੌਰਾਨ ਜਿਹੜੀਆਂ 17 ਲੱਖ ਕਿਟਸ ਸੀਗੀਆਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਸੀਗੀ, ਜਦੋਂ NGO ਵੀ ਮਦਦ ਕਰ ਰਹੀਆਂ ਸੀ, ਧਾਰਮਿਕ ਸੰਸਥਾਵਾਂ ਵੀ ਮਦਦ ਕਰ ਰਹੀਆਂ ਸੀ, ਉਹਦੇ ਨਾਲ ਨਾਲ CM ਸਾਹਿਬ ਨੇ ਸਭ ਤੋਂ ਪਹਿਲਾਂ ਅਨਾਊਂਸ ਕਰਕੇ ਉਹ ਕਿੱਟਾਂ ਮਾਰਕੀਟ 'ਚ ਭਿਜਵਾਈਆਂ। ਅਤੇ ਤੁਸੀਂ ਦੇਖਿਆ ਪੰਜਾਬ ਨੇ ਬੜਾ ਇਫੈਕਟਿਵਲੀ ਉਦੋਂ ਕੰਟਰੋਲ ਕਰਕੇ ਵੀ ਰੱਖਿਆ। ਜਦੋਂ ਦੂਸਰੀਆਂ ਸਟੇਟਾਂ 'ਚ ਬਵੇਲੇ ਹੋ ਰਹੇ ਸੀ, ਕਿਤੇ ਇੱਕਾ ਦੁੱਕਾ ਇੱਥੇ ਵੀ ਮੌਕੇ ਦੇਖਣ ਨੂੰ ਮਿਲੇ, ਪਰ ਲੋਕਾਂ ਦੇ ਡਰ ਕਾਰਨ ਸੀ। ਇੱਦਾਂ ਦਾ ਕੋਈ ਕਾਰਨ ਨਹੀਂ ਸੀ ਵੀ ਕੋਈ ਪੰਜਾਬ ਦੇ ਵਿੱਚ, ਜਦੋਂ ਪੰਜਾਬ ਸਾਰੇ ਹਿੰਦੁਸਤਾਨ ਦਾ ਢਿੱਡ ਭਰ ਰਿਹਾ ਸੀ, ਤਕਰੀਬਨ ਅਸੀਂ 50 ਗੱਡੀਆਂ ਰੋਜ਼ ਦੀਆਂ ਕਣਕ ਔਰ ਚੌਲਾਂ ਦੀਆਂ ਭਰ ਕੇ ਹਿੰਦੁਸਤਾਨ ਦੇ ਦੂਸਰੇ ਨੁੱਕਰਾਂ 'ਚ ਭੇਜ ਰਹੇ ਸੀਗੇ। ਅੱਜ ਬਵੇਲਾ ਖੜਾ ਹੋਇਆ। ਸਾਡੇ ਨੀਤੀ ਆਯੋਗ ਵਾਲੇ 2017 'ਚ ਵਾਈਸ ਚੇਅਰਮੈਨ ਆਏ ਸੀਗੇ ਅਤੇ ਉਹਨਾਂ ਨੇ ਸਾਡੇ FM ਸਾਹਿਬ ਨੂੰ ਕਿਹਾ ਸੀਗਾ ਵੀ ਤੁਸੀਂ ਹਿੰਦੁਸਤਾਨ ਦੀ ਫੂਡ ਸਿਕਿਉਰਿਟੀ ਦੀ ਫਿਕਰ ਨਾ ਕਰੋ, ਆਪਣੀ ਫਾਈਨੈਂਸ਼ੀਅਲ ਸਿਕਿਉਰਿਟੀ ਦੇਖੋ। ਇਹ ਉਹਨਾਂ ਨੂੰ ਜਵਾਬ ਦਿੱਤਾ। ਪੰਜਾਬ ਨੇ ਦੁਬਾਰਾ ਆਪਣੀ ਤਾਕਤ ਦਿਖਾਈ ਵੀ ਜਿਸ ਤਰੀਕੇ ਉਹਨਾਂ ਨੇ ਪਿਛਲੇ 70 ਸਾਲ 'ਚ ਇਸ ਮੁਲਕ ਦਾ ਢਿੱਡ ਭਰਿਆ, ਅਤੇ ਇਸ ਕੁਦਰਤੀ ਆਫਤਾਂ ਦੇ ਦੌਰਾਨ ਜਿਸ ਤਰੀਕੇ ਪੰਜਾਬ ਨੇ ਦੁਬਾਰਾ ਇਸ ਮੁਲਕ ਨੂੰ ਸੰਭਾਲਿਆ, ਉਹ ਵੀ ਕਾਬਲੇ ਤਾਰੀਫ ਸੀਗੀ। ਮੈਂ ਨਾਲ ਹੋਰ ਇੱਕ ਚੀਜ਼ ਐਡ ਕਰਨੀ ਮੈਂ ਭੁੱਲ ਗਿਆ। ਬੈਨੀਫਿਸ਼ਰੀ ਕੋਵਿਡ ਕਰਕੇ ਹੋਰ ਵੀ ਲਾਭਪਾਤਰੀ ਸਾਹਮਣੇ ਆਏ ਤਾਂ ਇਮੀਡੀਏਟ ਸਟੇਟ ਗਵਰਨਮੈਂਟ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਦੇਖਿਆ ਵੀ 1 ਕਰੋੜ 41 ਲੱਖ ਦੀ ਕੈਪ ਤੋਂ ਅੱਗੇ ਜਾਣਾ ਪਊਗਾ, ਲੋਕਾਂ ਦੀ ਮਦਦ ਕਰਨੀ ਪਊਗੀ, ਤਾਂ 9,43,000 ਬੰਦਾ ਸਟੇਟ ਨੇ ਆਪਣੇ ਖਰਚੇ 'ਤੇ ਹੋਰ ਐਡ ਕੀਤਾ ਅਤੇ ਉਹਨਾਂ ਨੂੰ ਵੀ ਇਹ NFSA ਸਕੀਮ ਦਾ ਐਜ਼ ਇਟ ਇਜ਼ ਲਾਭ ਮਿਲ ਰਿਹਾ, ਜਿਹਦਾ ਖਰਚਾ ਸਾਰਾ ਸਟੇਟ ਗਵਰਨਮੈਂਟ ਆਪ ਲੈ ਰਹੀ ਹੈ। ਪੈਸਟੀਸਾਈਡ ਦੀ ਜਿਹੜੀ ਮਾਤਰਾ ਫੂਡ ਦੇ ਵਿੱਚ ਆ ਰਹੀ ਹੈ, ਕਿ ਉਹਦੇ ਵਾਸਤੇ ਕੰਟਰੋਲ ਵਾਸਤੇ ਕੋਈ ਪਾਲਿਸੀ ਲੈ ਕੇ ਆਉਂਦੀ ਜਾ ਰਹੀ ਹੈ? ਉਹ ਇਹੋ ਜਿਹੇ ਤੁਸੀਂ ਦੇਖਿਆ ਹੋਣਾ ਪਿਛਲੇ ਕਾਫੀ ਦਿਨਾਂ ਦੇ ਵਿੱਚ ਡਾਟੇ ਐਗਰੀਕਲਚਰ ਡਿਪਾਰਟਮੈਂਟ ਨੂੰ ਵੀ ਦਿੱਤੇ। ਵੈਸੇ ਇਹ ਸਵਾਲ ਐਗਰੀਕਲਚਰ ਦਾ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹਦੇ 'ਤੇ ਬਕਾਇਦਾ ਤੌਰ 'ਤੇ ਕੰਟਰੋਲ ਚੱਲਦਾ। ਅੱਗੇ ਨਾਲੋਂ ਯੂਰੀਏ ਦੀ ਖਪਤ ਵੀ ਘਟਾਈ ਜਾ ਰਹੀ ਹੈ ਅਤੇ ਨਵੀਂ ਜਿਹੜੀ ਰਿਸਰਚ ਆ ਰਹੀ ਹੈ ਸਾਹਮਣੇ, ਉਹਦੇ 'ਚ ਇਹਦੇ 'ਚ ਕੰਟਰੋਲ ਵੀ ਕੀਤਾ ਜਾ ਰਿਹਾ। The main challenge before the government is procurement of wheat, and you are saying that central government is indifferent towards the state concerns. So, and the FCI has issued new laws, new policies. नहीं वो बिल्कुल ਤੁਸੀਂ ਪੰਜਾਬ ਗਵਰਨਮੈਂਟ will tackle this? ਤੁਸੀਂ ਬਹੁਤ ਕਲੀਅਰਲੀ CM ਸਾਹਿਬ ਦੀ ਪ੍ਰੈਸ ਕਾਨਫਰੰਸ 'ਚ ਇਸ ਚੀਜ਼ ਦਾ ਜਵਾਬ ਸੁਣ ਲਿਆ। ਅਤੇ ਫਿਰ ਵੀ ਮੈਂ ਤੁਹਾਨੂੰ ਦੱਸ ਦਿਆਂ, ਹਾਂ ਠੀਕ ਹੈ ਕੁਛ ਇਸ਼ੂਜ਼ ਹੈਗੇ ਨੇ, ਕਿਉਂਕਿ ਉਹ ਇਸ ਐਜੀਟੇਸ਼ਨ ਦੇ ਮੱਦੇ ਨਜ਼ਰ ਕੁਛ ਨਾ ਕੁਛ ਰਿਫਾਰਮਸ ਦਾ ਨਾਮ ਲੈ ਕੇ ਭੇਜ ਰਹੇ ਨੇ, ਪਰ ਉਹ ਰਿਫਾਰਮਸ ਵੀ ਜੇ ਕੋਈ ਕੀਤੇ ਜਾਂਦੇ, ਤੁਸੀਂ ਸਾਰੇ ਜਾਣਦੇ ਹੋ, ਕੋਈ ਕਾਨੂੰਨ ਵੀ ਨਵਾਂ ਬਣਦਾ ਸਟੇਕ ਹੋਲਡਰਸ ਦੇ ਨਾਲ ਗੱਲਬਾਤ ਕਰਕੇ ਹੁੰਦਾ ਵੀ ਪਹਿਲਾਂ ਸਟੇਟ ਨਾਲ ਗੱਲ ਕੀਤੀ ਜਾਵੇ, ਕਿਸਾਨਾਂ ਨਾਲ ਗੱਲ ਕੀਤੀ ਜਾਵੇ, ਆੜ੍ਹਤੀਆਂ ਨਾਲ ਬਗੈਰ ਗੱਲਬਾਤ ਕਰੇ ਤੁਸੀਂ ਉੱਥੋਂ ਦੀ ਫਰਮਾਨ ਭੇਜਦੇ ਜਾਓ ਜਿਹੜੇ ਬਿਲਕੁਲ ਇਸ ਮੌਕੇ 'ਤੇ ਔਰ ਖਾਸ ਤੌਰ 'ਤੇ ਸਟੇਟ ਦੇ ਹੱਕ 'ਚ ਨਾ ਹੋਣ। ਉਹਦੇ ਵਾਸਤੇ ਬਾਕਾਇਦਾ ਤੌਰ 'ਤੇ ਗੱਲਬਾਤ ਜਾਰੀ ਹੈ। ਸਟੇਟ ਨੂੰ ਆਪਣੀ ਡਿਊਟੀਜ਼ ਦਾ ਪਤਾ ਵੀ ਕਿਸ ਤਰੀਕੇ ਕਿਸਾਨਾਂ ਨੂੰ, ਕਿਸ ਤਰੀਕੇ ਇਹ ਕਿਸਾਨ ਸਾਰੇ ਪ੍ਰੋਕਿਉਰਮੈਂਟ ਦੇ ਆਪਰੇਸ਼ਨਸ ਨੂੰ ਕਿਸ ਤਰੀਕੇ ਸਾਂਭ ਕੇ ਰੱਖਣਾ। ਉਹਦੇ ਵਾਸਤੇ ਜਿਹੜੇ ਇਸ਼ੂਜ਼ ਨੇ ਉਹਨਾਂ ਤਾਂ ਹੀ ਚੱਕਣੇ ਪੈਣਗੇ, ਉਹ ਜ਼ਰੂਰ ਚੱਕੇ ਜਾਣਗੇ। ਟਾਈਮ ਟੂ ਟਾਈਮ ਸਾਡੀਆਂ ਬਿਊਰੋਕ੍ਰੈਟਿਕ ਲੈਵਲ 'ਤੇ ਔਰ ਪੋਲੀਟੀਕਲ ਲੈਵਲ 'ਤੇ ਮੀਟਿੰਗਸ ਹੋ ਰਹੀਆਂ ਨੇ ਅਤੇ ਅਸੀਂ ਸਾਰੇ ਜਿਹੜੇ ਸਾਡੇ ਖਦਸ਼ੇ ਨੇ ਉਹਨਾਂ ਨੂੰ ਅਪਰਾਈਜ਼ ਕਰਾਉਂਦੇ ਜਾ ਰਹੇ ਹਾਂ। ਸਰ ਤੁਸੀਂ ਕਿਹਾ ਵੀ यूनियन फूड सप्लाई मिनिस्टर इज नॉट गिविंग टाइम टू यू। पिछले 2 दिनों तो ਤੁਸੀਂ ਟਰਾਈ ਕਰ ਰਹੇ ਹੋ, ਤੁਹਾਨੂੰ ਟਾਈਮ ਨਹੀਂ ਦੇ ਰਿਹਾ। ਕਾਫੀ ਦਿਨਾਂ ਤੋਂ ਇਲਾਵਾ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਪੰਜਾਬ ਗਵਰਨਮੈਂਟ ਇਹਨੂੰ ਪ੍ਰੋਕਿਉਰ ਕਰੇਗੀ ਵੀ? ਬਿਲਕੁਲ ਨਹੀਂ ਵਿਦਡਰਾ ਕਰਦੀ ਉਹ ਆਪਣਾ ਇੱਕ ਦਾਣਾ ਜਿਹੜਾ ਕਿਸਾਨਾਂ ਦੀ ਮਿਹਨਤ ਦਾ ਉਹ ਚੱਕਿਆ ਜਾਏਗਾ, ਚਾਹੇ ਉਹਨਾਂ ਦਾ ਮਨਸ਼ਾ ਕੁਝ ਵੀ ਹੋਵੇ, ਪਰ ਅਸੀਂ ਅਗਲੀ ਪ੍ਰੋਕਿਉਰਮੈਂਟ
ਵਾਸਤੇ ਬਿਲਕੁਲ ਤਿਆਰ ਬੈਠੇ ਹਾਂ। ਉਦੋਂ ਤਿਆਰ ਬੈਠੇ ਹਾਂ ਜਿਹੜਾ ਤੁਸੀਂ ਸਵਾਲ ਪੁੱਛਿਆ, ਇਕੱਲਾ ਇੱਕੋ ਹੀ ਚੀਜ਼ ਨਹੀਂ ਹੈ, ਅਲੱਗ-ਅਲੱਗ ਜਗ੍ਹਾ। ਅੱਜ ਜੂਟ ਬਿਲਕੁਲ ਅਵੇਲੇਬਲ ਨਹੀਂ ਹੈ। ਅਸੀਂ ਜੂਟ ਤੋਂ ਹਟ ਕੇ ਸਾਨੂੰ ਉੱਤੋਂ ਪਰਮਿਸ਼ਨ ਲਈ ਵੀ ਪੀਪੀ ਬੈਗਸ ਲੈਣੇ ਪੈਣ, ਪਰ ਪੀਪੀ ਬੈਗਸ 'ਤੇ ਵੀ ਸਾਨੂੰ ਮੁਸ਼ਕਿਲ ਆ ਰਹੀ ਹੈ। ਉਹ ਵੀ ਪੈਟਰੋਲੀਅਮ ਦੇ ਰੇਟ ਰੋਜ਼ ਵੱਧਦੇ ਜਾਂਦੇ ਅਤੇ ਪੈਟਰੋਲੀਅਮ ਦਾਣਾ ਉਹਦਾ ਰॉ ਮਟੀਰੀਅਲ ਹੈ ਜਿਹਦੇ ਤੋਂ ਬਣਨੇ ਹੁੰਦੇ, ਅਸੀਂ ਉਹਦੇ 'ਤੇ ਵੀ ਸਾਨੂੰ ਪ੍ਰੋਬਲਮ ਹੈ। ਪਰ ਇਹਨਾਂ ਹਾਲਾਤਾਂ ਦੇ ਬਾਵਜੂਦ, ਕਿਉਂਕਿ ਸਾਨੂੰ ਬੈਗਸ ਤਾਂ ਪਿਛਲੇ ਪ੍ਰੋਕਿਉਰਮੈਂਟ ਵੇਲੇ ਵੀ ਨਹੀਂ ਸੀ ਮਿਲੇ, ਅਤੇ ਚਾਹੇ ਸਾਨੂੰ ਯੂਜ਼ਡ ਬਾਰਦਾਨਾ ਵਰਤਣਾ ਪਿਆ ਸੀਗਾ, ਪਰ ਅਸੀਂ ਕਿਸੇ ਕਿਸਾਨ ਨੂੰ ਮੰਡੀ 'ਚ ਕਿਤੇ ਵੀ ਖੜਨ ਨਹੀਂ ਸੀ ਦਿੱਤਾ। ਸਰ, ਤੁਸੀਂ ਸੋਚਦੇ ਹੋ ਪੰਜਾਬ ਗਵਰਨਮੈਂਟ ਵਿਲ ਬੀ ਏਬਲ ਟੂ ਸੇਵ ਦੀ ਰਾਈਸ ਇੰਡਸਟਰੀ ਆਫ ਦ ਸਟੇਟ? ਬਿਲਕੁਲ, ਇਹ ਬਹੁਤ ਵੱਡਾ ਕੰਸਰਨ ਹੈ ਇਸ ਮੌਕੇ 'ਤੇ, ਕਿਉਂਕਿ ਉਸ ਵਿੱਚ ਵੀ ਫੋਰਟੀਫਿਕੇਸ਼ਨ ਵਗੈਰਾ, ਔਰ ਹਾਲੇ ਤਾਈਂ ਜਿਹੜੇ ਯੂਜ਼ਡ ਬਾਰਦਾਨਾ ਜਿਹੜਾ ਉਹਨਾਂ ਨੇ ਵਰਤਣਾ ਆ ਉਹਦਾ ਵੀ ਰੇਟ ਡਿਸਾਈਡ ਨਹੀਂ ਕੀਤਾ ਗਵਰਨਮੈਂਟ ਨੇ। ਅਤੇ ਪਰ ਅੱਜ ਸ਼ਾਇਦ ਫੋਰਟੀਫਿਕੇਸ਼ਨ ਵਾਲਾ ਇਸ਼ੂ ਸ਼ਾਮ ਤਾਈਂ ਸੈਟਲ ਹੋ ਜਾਏ, ਔਰ ਸਾਡੇ ਜਿਹੜੇ ਬਾਰਦਾਨੇ ਦੇ ਰੇਟ ਆ ਉਹ ਟੈਂਡਰ ਖੁੱਲ੍ਹ ਚੁੱਕੇ ਆ। ਹੁਣੇ ਘੰਟੇ 2 ਘੰਟੇ 'ਚ ਉਹ ਵੀ ਰੇਟ ਅਨਾਊਂਸ ਹੋ ਜਾਣੇ ਆ, ਅਤੇ ਅਸੀਂ ਸੈਂਟਰ ਗਵਰਨਮੈਂਟ ਨੂੰ ਅਨਾਊਂਸ ਕਰ ਦੇਣਾ। ਪੰਜਾਬ ਦਾ ਜਿਹੜਾ ਅੱਜ ਨਾਅਰਾ ਦਿੱਤਾ ਗਿਆ, ਜਿੱਥੇ ਆਪਾਂ ਬੈਠੇ ਹਾਂ ਜੀ, 2 ਦਿਨ ਪਹਿਲਾਂ ਜਿਹੜੀ ਆ ਵਰਲਡ ਏਅਰ ਕੁਆਲਿਟੀ ਰਿਪੋਰਟ 2020 ਇਸ਼ੂ ਹੋਈ ਹੈ ਜੀ। ਉਹਦੇ ਵਿੱਚ ਫਤਿਹਗੜ੍ਹ ਸਾਹਿਬ ਪੰਜਾਬ 'ਤੇ ਨੰਬਰ 1 'ਤੇ ਆ ਕੇ ਆਲ ਵਰਲਡ 38 ਦਾ ਹਾਈ ਪੋਲਿਊਟਡ ਸਿਟੀ ਹੈ ਜੀ। ਇਹਦੀ ਹਾਲਾਂਕਿ ਬਹੁਤ ਪਾਲਿਸੀਆਂ ਆਈਆਂ ਨੇ, ਪ੍ਰੋਜੈਕਟ ਆਏ ਨੇ ਕਿ ਇਹਨਾਂ ਦੀ ਹਵਾ ਜਿਹੜੀ ਉਹ ਸਾਫ਼ ਕੀਤੀ ਜਾਵੇ, ਅੱਜ ਤੱਕ ਜਿਹੜੀ ਹੈ ਇਹ ਸਾਰੇ ਸਫਲ ਨਹੀਂ ਹੋ ਸਕੇ। ਕਿਸ ਤਰ੍ਹਾਂ ਪੋਸੀਬਲ ਹੋਊਗਾ? ਤੁਹਾਨੂੰ MLA ਸਾਹਿਬ ਜੋ ਬਾਅਦ 'ਚੋਂ ਦੱਸਣਗੇ ਫਤਿਹਗੜ੍ਹ ਸਾਹਿਬ ਦੀ ਬਿਹਤਰੀ ਵਾਸਤੇ ਜਿਹੜੇ ਪ੍ਰੋਜੈਕਟ ਇਹਨਾਂ ਨੇ ਚੱਲੇ ਹੈ। ਪਰ ਹਾਂ, ਵਾਤਾਵਰਨ ਨੂੰ ਸੰਭਾਲਣ ਵਾਸਤੇ ਬੜਾ ਕੰਸਰਨ ਹੈ। ਵਾਤਾਵਰਨ ਇਕੱਲਾ ਏਅਰ ਪੋਲਿਊਸ਼ਨ ਹੀ ਨਹੀਂ, ਵਾਟਰ ਪੋਲਿਊਸ਼ਨ ਅਤੇ ਚਾਹੇ ਨੋਇਸ ਪੋਲਿਊਸ਼ਨ ਹੋਵੇ, ਸਰਕਾਰ ਬਕਾਇਦਾ ਤੌਰ 'ਤੇ ਸਾਡੀ PPC ਵੀ ਇਹਦੀ ਨਜ਼ਰਸਾਨੀ ਕਰਦੀ ਪਈ, NGT ਰਿਵਿਊ ਕਰਦੀ ਰਹਿੰਦੀ ਟਾਈਮ ਟੂ ਟਾਈਮ। ਔਰ ਸਾਡੀ ਕੋਸ਼ਿਸ਼ ਹੈ ਜਿੱਥੇ ਜਿੱਥੇ ਜੋ ਪ੍ਰੋਬਲਮ ਹੈ ਉਹਨੂੰ ਐਡਰੈਸ ਕਿਵੇਂ ਕਰਨਾ ਹੈ, ਉਹਦੇ ਵਾਸਤੇ ਜੋ ਸਟੈਪਸ ਲੈਣੇ ਚਾਹੀਦੇ ਆ ਉਹ ਸਰਕਾਰ ਲੈ ਰਹੀ ਹੈ। ਵੱਲੋਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਕਿਹਨਾਂ ਲਈ? GST ਦੀਆਂ ਕਰਕੇ ਸਰ ਜੀ, ਕੁਝ GST ਦੀ ਡਿਫਿਕਲਟੀਜ਼ ਕਰਕੇ ਮੰਡੀ ਗੋਬਿੰਦਗੜ੍ਹ ਦੇ ਜਿਹੜੇ ਸਕ੍ਰੈਪ ਟ੍ਰੇਡਰਸ ਨੇ ਜਾਂ ਫਰਨਸ ਐਸੋਸੀਏਸ਼ਨ ਦੇ ਜੀ, ਉਹਨਾਂ ਨੇ ਸਟ੍ਰਾਈਕ ਕਰੀ ਹੋਈ ਹੈ ਜੀ। ਅਗਰ ਕੁਛ ਇਹੋ ਜਿਹਾ ਇਸ਼ੂ ਹੈ, ਮੈਨੂੰ ਇਹਦੇ ਬਾਰੇ ਇੰਨੀ ਹੈ ਨਹੀਂ, ਲੋਕਲ ਲੈਵਲ 'ਤੇ ਤੁਹਾਨੂੰ ਲੋਕਲ ਲੀਡਰਸ਼ਿਪ ਦੱਸ ਸਕਦੀ ਹੈ, ਪਰ ਜਿਹੜਾ ਸਟੇਟ ਲੈਵਲ ਦੇ ਸਾਹਮਣੇ GST ਇਸ ਵੇਲੇ ਕੰਸਰਨ ਤਾਂ ਜ਼ਿਆਦਾ ਹੋ ਗਿਆ ਸੈਂਟਰ ਨਾਲ, ਪਰ GST ਕਿਉਂਕਿ 2022 ਤੋਂ ਬਾਅਦ ਸੈਂਟਰ ਨੇ ਆਪਣੀ ਜ਼ਿੰਮੇਵਾਰੀ ਛੱਡ ਦੇਣੀ ਹੈ, ਸਟੇਟ ਵੀ ਨਾਲ ਦੀ ਨਾਲ ਕਿਉਂਕਿ ਅਗਲੇ ਸਾਲ ਇੱਕੋ ਦਮ ਰੈਵਨਿਊ ਡਿਪ ਨਾ ਕਰ ਜਾਏ, ਉਹਦੇ ਵਾਸਤੇ ਉਹ ਵੀ ਕੰਟਰੋਲ ਕਰਦਾ। ਪਰ ਜੇ ਕਿਤੇ ਇਹੋ ਜਿਹੀ ਕੋਈ ਕਿਸੇ ਇੰਡਸਟਰੀ ਨੂੰ, ਕਿਸੇ ਇੰਡਸਟਰੀ ਦੇ ਇੱਕ ਸੈਕਸ਼ਨ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਡੈਫੀਨੇਟਲੀ ਐਡਰੈਸ ਕੀਤੀ ਜਾਏਗੀ। ਕਿਸਾਨਾਂ ਦੀਆਂ ਜ਼ਮੀਨਾਂ ਤੇ ਵੇਰਵੇ ਮੰਗੇ ਜਾ ਰਹੇ ਨੇ, ਕਿਸ ਤਰ੍ਹਾਂ ਦੇਖਦੇ? ਕੁਛ ਵੀ ਜਿਸ ਤਰੀਕੇ ਪਹਿਲਾਂ ਡਿਸਕਸ਼ਨ ਹੋਈ ਹੈ, ਤੁਸੀਂ ਬੜਾ ਰੈਲੇਵੈਂਟ ਸਵਾਲ ਪੁੱਛਿਆ ਹੈ। ਇੱਕੋ ਦਮ ਤੁਸੀਂ 10 ਦਿਨ ਪਹਿਲਾਂ ਇੱਦਾਂ ਮੰਗ ਲਓ ਡਿਟੇਲਸ, ਉਹ ਹੋ ਨਹੀਂ ਸਕਦਾ, ਉਹ ਵੀ ਜ਼ਮੀਨੀ ਹਕੀਕਤ ਜਾਣੇ ਬਗੈਰ। ਸਭ ਤੋਂ ਪਹਿਲਾਂ ਤਾਂ ਇਸ ਮੌਕੇ 'ਤੇ ਜਦੋਂ ਕਿਸਾਨ ਸਾਰੇ ਬਾਰਡਰਾਂ 'ਤੇ ਬੈਠੇ ਆ, ਕਿਹੜਾ ਡਾਟਾ ਇਕੱਠਾ ਕਰ ਲਓਗੇ? ਇੱਕ ਫਰਦ ਦਾ ਇੱਕ ਪੇਜ 20 ਜਾਂ 25 ਰੁਪਏ ਦਾ ਹੁੰਦਾ ਸਰਕਾਰੀ ਫੀਸ ਉਹਦੀ, ਜੇ ਮੈਂ ਗਲਤ ਨਹੀਂ ਹੈ ਤਾਂ ਇੱਕ ਕਿਸਾਨ ਨੂੰ 5-5 7-7 ਆਪਣੀਆਂ ਫਰਦਾਂ ਦੇ ਪੇਜ ਕਢਾਉਣੇ ਪੈਣੇ ਆ। ਐਡੀ ਵੱਡੀ ਤਾਦਾਦ ਦੇ ਵਿੱਚ ਜਦੋਂ 10 ਲੱਖ ਕਿਸਾਨਾਂ ਨੇ ਫਰਦਾਂ ਲੈਣ ਆਉਣੀ ਹੈ, ਤੁਹਾਨੂੰ ਸਿਸਟਮ ਸਮਝ ਹੀ ਆ ਜਾਂਦਾ ਵੀ ਤੁਸੀਂ ਇੱਕੋ ਦਮ ਕਲੈਪਸ ਹੋਣ ਦੇ ਲੈਵਲ 'ਤੇ ਆ ਜਾਓਗੇ, ਕੋਈ ਡਾਟਾ ਇਕੱਠਾ ਨਹੀਂ ਹੋਣਾ। ਫਿਰ ਦੂਜੀ ਗੱਲ, ਜਦੋਂ ਡਾਇਰੈਕਟ ਪੇਮੈਂਟ ਤੁਸੀਂ ਉਸ ਫਰਦ ਦੇ ਮੁਤਾਬਕ ਪਾਓਗੇ, ਅੱਧੀਆਂ ਤਾਂ ਸਾਡੀਆਂ ਜ਼ਮੀਨਾਂ ਹੀ ਪਟੇ ਤੇ ਠੇਕੇ 'ਤੇ ਚੱਲਦੀਆਂ, ਤਾਂ ਉਹ ਜਿਹੜਾ ਕਿਸਾਨ ਮਿਹਨਤ ਕਰਦਾ ਉਹਨੂੰ ਤਾਂ ਉਹਦਾ ਫਾਇਦਾ ਮਿਲ ਨਹੀਂ ਪਾਏਗਾ। ਸੋ ਇਹ ਸਾਰੀਆਂ ਚੀਜ਼ਾਂ ਕੁਝ ਲਾਗੂ ਕਰਨ ਤੋਂ ਪਹਿਲਾਂ ਡਿਸਕਸ ਕਰਨੀਆਂ। ਜੋ ਜ਼ਮੀਨ 'ਤੇ ਮੁਸ਼ਕਿਲਾਂ ਹੈ ਉਹ ਬਹੁਤ ਜ਼ਰੂਰੀ ਹੈ, ਅਤੇ ਉਹਦੇ ਵਾਸਤੇ ਕੀ ਸਿਸਟਮ ਬਣਨਾ ਚਾਹੀਦਾ, ਡਾਇਰੈਕਟ ਪੇਮੈਂਟ ਕਿਸ ਤਰੀਕੇ ਹੋਣੀ ਚਾਹੀਦੀ ਹੈ। ਸਾਡਾ APMC ਐਕਟ, ਜਿਵੇਂ CM ਸਾਹਿਬ ਨੇ ਜ਼ਿਕਰ ਕੀਤਾ ਹੈ ਵੀ ਫੈਡਰਲ ਸਿਸਟਮ 'ਚ ਐਗਰੀਕਲਚਰ ਸਟੇਟ ਸਬਜੈਕਟ ਹੈ, ਉਹਦੇ ਵਿੱਚ ਅਸੀਂ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਸਾਡਾ ਐਕਟ ਬਣਿਆ ਹੋਇਆ, ਅਤੇ ਉਹਦੀਆਂ ਧਾਰਾਵਾਂ ਦੇ ਤਹਿਤ ਅਸੀਂ ਕੰਮ ਕਰਦੇ ਹਾਂ। ਤੇ ਅੱਜ ਸਾਨੂੰ ਚਿੱਠੀ ਪਾ ਦਿਓ ਵੀ ਆਪਣਾ ਐਕਟ ਅਮੈਂਡ ਕਰ ਦਿਓ, ਇਹ ਜਿਹੜਾ ਫੈਡਰਲ ਸਿਸਟਮ ਦੇ ਬਿਲਕੁਲ ਅਗੇਂਸਟ ਹੈ। ਤੇ CM ਸਾਹਿਬ ਨੇ ਬਹੁਤ ਕਲੀਅਰਲੀ ਤੁਹਾਨੂੰ ਇਹ ਦੱਸ ਦਿੱਤਾ ਵੀ ਅਸੀਂ ਇਹਨੂੰ ਲਾਗੂ ਨਹੀਂ ਕਰਨ ਜਾ ਰਹੇ। ਮੰਤਰੀ ਜੀ, ਲਾਸਟ ਸਵਾਲ ਹੈ, ਇੱਕ ਪਾਸੇ ਆੜਤੀ ਸਿਸਟਮ ਨੂੰ ਪੰਜਾਬ ਸਰਕਾਰ ਕਹਿ ਰਹੀ ਹੈ ਅਸੀਂ ਸਟਰੋਂਗ ਕਰਨਾ ਮੰਡੀ ਸਿਸਟਮ ਨੂੰ, ਆੜਤੀ ਸਿਸਟਮ ਨੂੰ, ਦੂਸਰੇ ਪਾਸੇ ਆੜਤੀ ਐਸੋਸੀਏਸ਼ਨ ਕਹਿ ਰਹੀ ਹੈ ਵੀ ਸਾਡਾ ਪਿਛਲੇ ਸੀਜ਼ਨ ਦਾ 131 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਖੜਾ ਆੜਤਾਂ ਦਾ। ਉਹਦਾ ਹਾਈ ਕੋਰਟ 'ਚ ਕੇਸ ਚੱਲਦਾ ਆ। ਉਹ ਜਿਹੜਾ ਬਕਾਇਆ ਆ ਉਹ ਆੜਤੀਆਂ ਦੀ ਆਪ ਦੀ ਕਮਜ਼ੋਰੀ ਕਰਕੇ ਆ ਬਕਾਇਆ, ਉਹਦੇ 'ਚ ਸਟੇਟ ਗਵਰਨਮੈਂਟ ਦਾ ਕੁਝ ਲੈਣਾ ਦੇਣਾ ਨਹੀਂ। ਉਹ ਪੋਰਟਲ 'ਤੇ ਆਉਣ ਤੋਂ ਨਾ ਕਰਤੀ ਸੀ। ਇੱਕ ਡਾਇਰੈਕਸ਼ਨ ਹੁੰਦੀ ਹੈ ਸਟੇਟ ਗਵਰਨਮੈਂਟ ਦੀ ਵੀ ਆਪਾਂ ਕੰਮਕਾਰ ਕਰਨਾ, ਇਸ ਜਾਬਤੇ 'ਚ ਕਰਨਾ ਹੈ। ਕੁਝ ਬੰਦਿਆਂ ਨੇ ਉਹ ਜਾਬਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਬਾਰ-ਬਾਰ ਟਾਈਮ ਦਿੱਤਾ ਗਿਆ,
CCL ਐਕਸਟੈਂਡ ਕੀਤੀ ਗਈ ਦਸੰਬਰ ਤੋਂ ਜਨਵਰੀ 31 ਜਨਵਰੀ ਤੋਂ 28 ਫਰਵਰੀ। ਫਿਰ ਵੀ ਕੁਝ ਕਿਸਾਨਾਂ ਨੇ ਵੀ ਅਸੀਂ ਤੁਹਾਡੇ ਮੁਤਾਬਕ ਕੰਮ ਨਹੀਂ ਕਰਨਾ ਚਾਹੁੰਦੇ, ਅਸੀਂ ਕੁਝ ਆੜ੍ਹਤੀਆਂ ਨੇ ਉਹ ਹਾਈ ਕੋਰਟ 'ਚ ਗਏ, ਪੋਲੀਟੀਕਲ ਸ਼ੋਸ਼ੇਬਾਜ਼ੀ ਵੀ ਹੋਈ, ਸਭ ਕੁਝ ਹੋਣ ਦੇ ਬਾਵਜੂਦ ਉਸ ਤੋਂ ਬਾਅਦ ਉਹਨਾਂ ਨੇ ਹੀ ਉਹੀ ਪੋਰਟਲ ਦੇ ਉੱਤੇ ਆ ਗਏ। ਪਰ ਉਸ ਟਾਈਮ ਦੀ ਜਦੋਂ CCL ਲੈਪਸ ਹੋ ਜਾਏ ਤਾਂ ਦੋਸਤ ਪੰਜਾਬ ਸਰਕਾਰ ਕੋਲ ਕੋਈ ਇਹੋ ਜਿਹਾ ਅਦਾਰਾ ਨਹੀਂ ਹੈ ਜਿਹਦੇ 'ਚ ਉਹਨਾਂ ਨੂੰ ਪੇਮੈਂਟ ਕੀਤੀ ਜਾਏ, ਜਾਂ ਹਾਈ ਕੋਰਟ ਸਿੱਧੀ ਸੈਂਟਰ ਗਵਰਨਮੈਂਟ ਤੋਂ ਲੈ ਦੂਗੀ, ਜਾਂ ਅਸੀਂ ਉਹਨਾਂ ਨੂੰ ਲਿਖ ਚੁੱਕੇ ਹਾਂ ਵੀ ਉਹ ਹੁਣ ਤੁਸੀਂ 131 ਕਰੋੜ ਦਿਓ, ਇਹ ਦੇਣਦਾਰੀ ਸੈਂਟਰ ਗਵਰਨਮੈਂਟ ਦੀ ਹੈ। ਸਰ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਕਿਉਂਕਿ ਬਾਰ-ਬਾਰ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ। ਅੱਜ 2017 ਚੁੜਦਾ ਪੰਜਾਬ ਸੀ, ਅੱਜ ਹੈ ਕਿਤੇ? ਲੱਕ ਤੋੜ ਦਿੱਤੀ। ਜਿਸ ਤਰੀਕੇ ਉਹਨਾਂ ਨੇ ਕਿਹਾ ਸਾਰੀ ਦੁਨੀਆ ਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਤਾਂ ਕੋਈ ਕ੍ਰਾਈਮ ਰਹਿੰਦਾ ਹੀ ਹੈ, ਪਰ ਜਿਹੜਾ ਮਾਹੌਲ 2017 ਸੀ ਅੱਜ ਹੈ। ਅੱਜ ਅਸੀਂ ਆਪ ਸਭ ਮਹਿਸੂਸ ਕਰ ਰਹੇ ਹਾਂ ਵੀ ਉਹ ਲੈਵਲ ਨਹੀਂ ਹੈ, ਔਰ ਸਖਤੀ ਲਗਾਤਾਰ ਵੱਧਦੀ ਜਾ ਰਹੀ ਹੈ, ਐਲੀਮੀਨੇਟ ਹੁੰਦੇ ਜਾ ਰਹੇ ਸਾਰੇ। ਲਾਸਟ ਕੁਐਸਚਨ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀ ਮੁਲਾਕਾਤ ਨੂੰ ਕਿਵੇਂ ਦੇਖਦੇ ਹੋ? ਬਹੁਤ ਅੱਛੀ ਗੱਲ ਹੈ, ਦੋਨੋਂ ਸਾਡੇ ਸੀਨੀਅਰ ਲੀਡਰ ਹੈ, ਦੋਨਾਂ ਦੀ ਪਰਸੈਪਸ਼ਨ ਇਹੋ ਜਿਹੀ ਹੈ ਜੇ ਇਕੱਠੇ ਹੋ ਕੇ ਸਾਰੀ ਪਾਰਟੀ ਅੱਗੇ ਜਾਂਦੀ ਹੈ ਅਗਲੀਆਂ ਚੋਣਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਤਰੀਕੇ ਦੀ ਕੋਈ ਦੇਖਣ ਨੂੰ ਮਿਲੇਗਾ ਅੱਗੋਂ ਕੋਈ ਮੁਸ਼ਕਿਲ। ਨਵਜੋਤ ਸਿੰਘ ਕਹਿ ਰਹੇ ਨੇ ਜੀ ਹੁਣ ਸਮਾਂ ਘੱਟ ਰਹਿ ਗਿਆ ਵੀ ਜੋ ਜ਼ਿੰਮੇਵਾਰੀ ਹੁਣ ਦੇਣ ਜਾ ਰਹੇ ਹਾਂ ਵੀ ਉਹਨਾਂ ਨਾਲ ਅਸੀਂ ਕਿਵੇਂ ਇਹ ਜਿਹਨੇ ਜ਼ਿੰਮੇਵਾਰੀ ਦੇਣੀ ਹੈ ਔਰ ਜਿਹਨੇ ਲੈਣੀ ਹੈ ਉਹਨਾਂ ਦਾ ਮਤਲਬ ਉਹਨਾਂ ਨੂੰ ਜਾਣਾ ਪਲੀਜ਼ ਤੁਹਾਨੂੰ ਮੈਂ ਤੁਹਾਡੇ ਤੋਂ ਮਾਫੀ ਮੰਗੂੰਗਾ ਕਿਉਂਕਿ ਫੂਡ ਦਾ ਸਾਡੀ ਮੀਟਿੰਗ ਹੈ 2:30 ਵਜੇ।